ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਮੱਖਣ ਸ਼ਾਹ ਲਬਾਣਾ ਜੀ ਮੁੱਢ ਤੋਂ ਹੀ ਗੁਰੂ ਘਰ ਦੇ ਬਹੁਤ ਹੀ ਅਨੰਨ ਸਿੱਖ ਸਨ। ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਗੁਰੂ ਨਾਨਕ ਪਾਤਸ਼ਾਹ ਜੀ ਉੱਤੇ ਅਟੁੱਟ ਨਿਸ਼ਚਾ ਸੀ। ਆਪ ਜੀ ਕੰਮ ਕਾਜ ਤੋਂ ਇੱਕ ਵਪਾਰੀ ਸਨ। ਇੱਕ ਵਾਰ ਜਦੋਂ ਭਾਈ ਸਾਹਿਬ ਵਪਾਰ ਕਰਨ ਲਈ ਸਮੁੰਦਰੀ ਜਹਾਜ਼ ਉੱਤੇ ਸਮਾਨ ਲੈ ਕੇ ਜਾ ਰਹੇ ਸਨ, ਰਸਤੇ ਵਿੱਚ ਉਹਨਾਂ ਦਾ ਜਹਾਜ਼ ਇੱਕ ਭਿਆਨਕ ਸਮੁੰਦਰੀ ਤੂਫਾਨ ਵਿੱਚ ਫਸ ਗਿਆ। ਤੂਫਾਨ ਨੇ ਸਮੁੰਦਰ ਵਿੱਚ ਉਥਲ-ਪੁਥਲ ਮਚਾ ਦਿੱਤੀ ਤੇ ਉਸ ਭਿਆਨਕ ਤੂਫਾਨ ਨੇ ਜਹਾਜ਼ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇੱਕੋ ਦਮ ਇੱਕ ਵੱਡੀ ਲਹਿਰ ਨੇ ਜਹਾਜ਼ ਨੂੰ ਸਮੁੰਦਰ ਵਿੱਚ ਪਲਟਾਉਣ ਦੀ ਕੋਸ਼ਿਸ਼ ਕੀਤੀ। ਤੂਫਾਨ ਦੀਆਂ ਛੱਲਾਂ ਇੰਨੀਆਂ ਜ਼ੋਰਦਾਰ ਸਨ ਕਿ ਰੱਸੀਆਂ ਨਾਲ ਬੰਨੇ ਮਾਲ ਅਸਬਾਬ ਤੋਂ ਛੁੱਟ ਹੋਰ ਸਭ ਕੁਝ ਵਹਾ ਕੇ ਲੈ ਜਾ ਰਹੀਆਂ ਸਨ। ਅਚਾਨਕ ਇੱਕ ਹੋਰ ਵੱਡੀ ਲਹਿਰ ਆਈ ਤੇ ਭਾਈ ਸਾਹਿਬ ਜੀ ਨੂੰ ਵਹਾ ਕੇ ਲੈ ਤੁਰੀ। ਉਹਨਾਂ ਦੇ ਸਿਰ ਤੇ ਬੰਨੀ ਦਸਤਾਰ, ਜੋ ਕਿ ਪਾਣੀ ਦੇ ਵਹਿਣ ਵਿੱਚ ਰੁੜੀ ਜਾ ਰਹੀ ਸੀ, ਉਹ ਉਹਨਾਂ ਦੇ ਹੇਠਾਂ ਆ ਗਈ। ਉਹਨਾਂ ਨੇ ਦਸਤਾਰ ਨੂੰ ਆਪਣੇ ਲੱਕ ਦੁਆਲੇ ਬੰਨ੍ਹ ਲਿਆ। ਜਦੋਂ ਭਾਈ ਸਾਹਿਬ ਜੀ ਨੂੰ ਮਲਾਹ ਨੇ ਆਖਿਆ, ਝੱਖੜ ਰੁਕ ਨਹੀਂ ਰਿਹਾ ਹੈ ਤੇ ਸਾਡਾ ਜਹਾਜ਼ ਡੁੱਬਣ ਲੱਗਾ ਹੈ, ਇਹ ਸੁਣ ਕੇ ਭਾਈ ਸਾਹਿਬ ਜੀ ਬਿਲਕੁਲ ਨਹੀਂ ਡੋਲੇ। ਉਹਨਾਂ ਇਕਾਗਰ ਚਿੱਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਜਾਣ ਕੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ, ਮੇਰਾ ਜਹਾਜ਼ ਡੁੱਬਣ ਲੱਗਾ ਹੈ, ਆਪ ਜੀ ਤਰਸ ਕਰਕੇ ਇਸ ਨੂੰ ਡੁੱਬਣ ਤੋਂ ਬਚਾ ਲਓ। ਤੇ ਬੜੀ ਸ਼ਰਧਾ ਭਾਵਨਾ ਨਾਲ ਕਿਹਾ ਕਿ ਮਹਾਰਾਜ ਨੇ ਉਹਨਾਂ ਨੂੰ ਹੋਰ ਸਵਾਸ ਬਖਸ਼ਿਸ਼ ਕੀਤੇ ਤਾਂ ਉਹ ਸਭ ਤੋਂ ਪਹਿਲਾਂ ਗੁਰੂ ਘਰ ਜਾ ਕੇ 500 ਮੋਹਰਾਂ ਦਰਸ਼ਨੀ ਭੇਟਾ ਕਰਨਗੇ। ਆਪ ਜੀ ਨੂੰ ਪਤਾ ਸੀ ਕਿ ਗੁਰੂ ਸਾਹਿਬ ਜੀ ਸਮਰਥ ਹਨ ਤੇ ਉਹਨਾਂ ਦਾ ਜਹਾਜ਼ ਡੁੱਬਣ ਤੋਂ ਬਚਾ ਲੈਣਗੇ। ਥੋੜੀ ਹੀ ਦੇਰ ਮਗਰੋਂ ਹਵਾ ਦਾ ਰੁਖ ਬਦਲ ਗਿਆ ਤੇ ਪਾਣੀ ਦੀਆਂ ਲਹਿਰਾਂ ਵੀ ਥੰਮ ਗਈਆਂ ਤੇ ਜਹਾਜ਼ ਆਰਾਮ ਨਾਲ ਕੰਢੇ ਤੱਕ ਪਹੁੰਚ ਗਿਆ। ਉਸ ਤੋਂ ਬਾਅਦ ਭਾਈ ਸਾਹਿਬ ਦਿੱਲੀ ਲੌਟ ਆਏ ਤੇ ਉਹਨਾਂ ਨੂੰ ਦਿੱਲੀ ਪਹੁੰਚਣ ਤੇ ਪਤਾ ਲੱਗਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਹਨ। ਗੁਰੂ ਸਾਹਿਬ ਜੀ ਦਿੱਲੀ ਵਿੱਚ ਚੇਚਕ ਮਹਾਮਾਰੀ ਫੈਲਣ ਤੋਂ ਹੀ ਮਨੁੱਖਤਾ ਦੀ ਸੇਵਾ ਲਈ 8 ਪਹਿਰ ਸੇਵਾ ਕਰਦੇ ਰਹੇ ਤੇ ਆਪਣੀ ਦੇਹ ਨੂੰ ਮਰੀਜ਼ਾਂ ਦੀ ਸੇਵਾ ਵਿੱਚ ਨਿਸ਼ਾਵਰ ਕਰ ਗਏ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਬੁਲਾ ਕੇ ਦੱਸਿਆ ਕਿ ਉਹ ਦੇਹ ਤਿਆਗ ਰਹੇ ਹਨ। ਗੁਰੂ ਦੀਆਂ ਸੰਗਤਾਂ ਨੇ ਪੁੱਛਿਆ, ਪਾਤਸ਼ਾਹ ਜੀ, ਅਸੀਂ ਗੁਰੂ ਨਾਨਕ ਦੀ ਜੋਤ ਦੇ ਦਰਸ਼ਨ ਕਿੱਥੇ ਕਰ ਸਕਦੇ ਹਾਂ? ਉਸ ਸਮੇਂ ਗੁਰੂ ਸਾਹਿਬ ਜੀ ਦੇ ਮੁਖ ਤੋਂ ਬਚਨ ਹੋਏ, ਬਾਬਾ ਬਕਾਲੇ। ਉਸ ਸਮੇਂ ਮਹਾਰਾਜ ਦੀ ਬੀੜ ਸਾਹਿਬ ਧੀਰਮਲ ਕੋਲ ਸੀ ਤੇ ਧੀਰਮਲ ਨੇ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ ਕਿ ਉਸ ਨੂੰ ਕਿਸੇ ਤਰ੍ਹਾਂ ਗੁਰਿਆਈ ਮਿਲ ਜਾਵੇ। ਹੁਣ ਜਦੋਂ ਮੱਖਣ ਸ਼ਾਹ ਜੀ ਦਿੱਲੀ ਤੋਂ ਚੱਲ ਕੇ ਬਾਬਾ ਬਕਾਲਾ ਸਾਹਿਬ ਆਉਂਦੇ ਹਨ ਤਾਂ ਉੱਥੇ ਕੀ ਦੇਖਦੇ ਹਨ ਕਿ ਤਕਰੀਬਨ 22 ਵੱਖ-ਵੱਖ ਭੇਖੀ ਬੰਦੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਅਖਵਾ ਰਹੇ ਹਨ। ਹੁਣ ਦੁਬਿਧਾ ਇਹ ਬਣ ਪਈ ਕਿ ਸੱਚਾ ਗੁਰੂ ਕਿਵੇਂ ਲੱਭੀਏ। ਭਾਈ ਮੱਖਣ ਸ਼ਾਹ ਜੀ ਨੇ ਉਸ ਸਮੇਂ ਵਿਚਾਰਿਆ, ਜੋ ਸੱਚਾ ਗੁਰੂ ਹੋਵੇਗਾ, ਜਿਸ ਨੇ ਮੇਰੀ ਅਰਦਾਸ ਸੁਣ ਕੇ ਮੇਰਾ ਜਹਾਜ਼ ਡੁੱਬਣ ਤੋਂ ਬਚਾਇਆ, ਉਹ ਅੰਤਰ ਦੀ ਜਾਣਦਾ ਹੋਵੇਗਾ। ਉਹਨਾਂ ਨੂੰ ਮੇਰੇ 500 ਸੋਨੇ ਦੇ ਬਚਨ ਵੀ ਯਾਦ ਹੋਣਗੇ, ਲੇਕਿਨ ਝੂਠੇ ਤੇ ਭੇਖੀ 5-5 ਸੋਨੇ ਦੀਆਂ ਮੋਹਰਾਂ ਵਿੱਚ ਹੀ ਪ੍ਰਸੰਨ ਹੋ ਜਾਣਗੇ। ਉਸ ਦੇ ਅੰਦਰੋਂ ਅਰਦਾਸ ਨਿਕਲੀ, ਹੇ ਸੱਚੇ ਪਾਤਸ਼ਾਹ, ਮੇਰੀ ਬੁੱਧੀ ਚਕਰਾ ਗਈ ਹੈ, ਆਪ ਪ੍ਰਗਟ ਹੋ ਕੇ ਅਥਵਾ ਮੋਹ ਮੰਗ ਕੇ ਆਪਣੀ ਅਮਾਨਤ ਲੈ ਲਵੋ ਜੀ, ਜਿਸ ਨਾਲ ਮੇਰੇ ਮਨ ਨੂੰ ਧੀਰਜ ਹੋਵੇ
ਇਸ ਤਰ੍ਹਾਂ ਅਰਦਾਸ ਕਰਕੇ ਉਹ ਅੱਗੇ ਹੋਇਆ ਤੇ ਹਰੇਕ ਗੁਰੂ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗਿਆ। ਸੋਨੇ ਦੀਆਂ ਮੋਹਰਾਂ ਤੱਕ ਹਰੇਕ ਗੁਰੂ ਖੁਸ਼ ਹੋ ਜਾਂਦਾ ਤੇ ਲੁਬਾਣੇ ਵਪਾਰੀ ਨੂੰ ਅਸ਼ੀਰਵਾਦ ਦਿੰਦਾ। ਪਰ ਕਿਸੇ ਨੇ ਵੀ ਉਸ ਨੂੰ ਲਿਆਂਦੀ ਕਾਰਪੇਟਾ ਦੀ ਅਸਲੀ ਰਕਮ ਦੀ ਗੱਲ ਨਾ ਕੀਤੀ। ਹਰ ਕੋਈ ਆਪਣੇ ਸੱਚੇ ਗੁਰੂ ਹੋਣ ਦਾ ਦਾਅਵਾ ਬੰਨ੍ਹ ਕੇ ਤੇ ਦੂਜਿਆਂ ਨੂੰ ਪਖੰਡੀ ਕਹਿੰਦੇ ਸਨ। ਮੱਖਣ ਸ਼ਾਹ 22 ਦੇ 22 ਗੁਰੂਆਂ ਦੇ ਦਰਸ਼ਨ ਕਰ ਗਿਆ, ਪਰ ਉਸ ਨੂੰ ਸੱਚਾ ਗੁਰੂ ਨਾ ਲੱਭਿਆ। ਉਹ ਬੜਾ ਨਿਰਾਸ਼ ਹੋਇਆ। ਅਖੀਰ ਉਸਨੇ ਪਿੰਡ ਦੇ ਸਧਾਰਨ ਲੋਕਾਂ ਤੋਂ ਪੁੱਛਿਆ, ਕਿਉਂ ਜੀ, ਇੱਥੇ ਕੋਈ ਹੋਰ ਵੀ ਸੋਢੀ ਰਹਿੰਦਾ ਏ? ਇੱਕ ਬਿਰਧ ਕਿਸਾਨ ਨੇ ਦੱਸਿਆ, ਹਾਂ, ਤੇਗ ਬਹਾਦਰ ਨਾਮ ਦਾ ਇੱਕ ਸ਼ਾਂਤ ਸੁਭਾਅ ਦਾ ਸੋਢੀ ਗੁਰੂ ਉਹ ਸਾਹਮਣੇ ਕਮਰੇ ਵਿੱਚ ਰਹਿੰਦਾ ਹੈ। ਉਹ ਕਿਸੇ ਨੂੰ ਮਿਲਦੇ ਜੁਲਦੇ ਘੱਟ ਹੀ ਹਨ ਤੇ ਨਾ ਹੀ ਉਹ ਗੁਰੂ ਬਣਦੇ ਚਾਹਵਨ ਹਨ। ਮੱਖਣ ਸ਼ਾਹ ਉਸ ਬਜ਼ੁਰਗ ਕਿਸਾਨ ਦੁਆਰਾ ਦੱਸੇ ਕੋਠੇ ਅੰਦਰ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਅਸਥਾਨ ਤੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ। ਜਦੋਂ ਭਾਈ ਮੱਖਣ ਸ਼ਾਹ ਜੀ ਭੋਰਾ ਸਾਹਿਬ ਚੋਂ ਗਏ, ਗੁਰੂ ਪਾਤਸ਼ਾਹ ਅੱਗੇ ਸੀਸ ਨਵਾਇਆ ਤੇ ਉੱਥੇ ਵੀ 5 ਮੋਹਰਾਂ ਭੇਟਾ ਕੀਤੀਆਂ। ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਜਦੋਂ ਤੁਹਾਡੇ ਤੇ ਔਖੀ ਘੜੀ ਬਣ ਆਈ ਸੀ ਤੇ ਤੁਸੀਂ ਗੁਰੂ ਘਰ ਲਈ 500 ਮੋਹਰਾਂ ਭੇਟਾ ਕਰਨ ਦਾ ਬਚਨ ਕੀਤਾ ਸੀ। ਅਕਾਲ ਪੁਰਖ ਨੇ ਤਰਸ ਕਰਕੇ ਤੁਹਾਡਾ ਜਹਾਜ਼ ਡੁੱਬਣ ਤੋਂ ਬਚਾਇਆ ਸੀ। ਤੇ ਨਾਲ ਹੀ ਗੁਰੂ ਸਾਹਿਬ ਜੀ ਨੇ ਕਿਹਾ, ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਕਮਾਉਣ ਵਾਲੇ ਸਿੱਖ ਬਚਨਾਂ ਦੀ ਪ੍ਰਤਿਪਾਲਨਾ ਕਰਦੇ ਹਨ। ਮਹਾਰਾਜ ਦੇ ਬਚਨ ਸੁਣਦੇ ਭਾਈ ਮੱਖਣ ਸ਼ਾਹ ਜੀ ਦਾ ਧਿਆਨ ਗੁਰੂ ਸਾਹਿਬ ਜੀ ਦੇ ਮੋਢਿਆਂ ਤੇ ਗਿਆ। ਉਹਨਾਂ ਨੂੰ ਸਭ ਸਮਝ ਆ ਗਿਆ। ਦੇਖਦਿਆਂ ਹੀ ਅੱਖਾਂ ਚੋਂ ਨੀਰ ਵਹਿਣ ਲੱਗ ਗਿਆ ਤੇ ਗੁਰੂ ਚਰਨਾਂ ਵਿੱਚ ਟਹਿ ਪਏ ਤੇ ਮੱਖਣ ਸ਼ਾਹ ਜੀ ਦਾ ਸੱਚੇ ਗੁਰੂ ਨਾਲ ਮਿਲਾਪ ਹੋ ਗਿਆ ਸੀ। ਹਲਤ ਪਲਤ ਰੱਖਣ ਵਾਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਭਾਈ ਮੱਖਣ ਸ਼ਾਹ ਜੀ ਇੰਨੇ ਉਤਸ਼ਾਹ ਵਿੱਚ ਆ ਗਏ ਕਿ ਉਹ ਛੱਤ ਤੇ ਚੜ ਕੇ ਆਪਣਾ ਪਰਨਾ ਗਲੇ ਚੋਂ ਘੁਮਾ ਕੇ ਉੱਚੀ ਉੱਚੀ ਕਹਿਣ ਲੱਗ ਪਏ, ਲਾ ਦੋ ਰੇ ਗੁਰੂ, ਲਾ ਦੋ ਰੇ, ਲਾ ਦੋ ਰੇ ਗੁਰੂ, ਲਾ ਦੋ ਰੇ। ਲੋਕਾਂ ਨੇ ਭਾਈ ਮੱਖਣ ਸ਼ਾਹ ਦਾ ਹੋਕਾ ਸੁਣਿਆ। ਆਸ ਤੇ ਵਿਲਾਸ ਵਿਚਕਾਰ ਲਟਕਦੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਆ ਗਈ। ਪਲਾਂ ਛਿਣਾਂ ਵਿੱਚ ਹੀ ਇਹ ਖਬਰ ਸਾਰੇ ਪਾਸੇ ਫੈਲ ਗਈ। ਵੇਖਦਿਆਂ ਹੀ ਵੇਖਦਿਆਂ ਗੁਰੂ ਜੀ ਦੇ ਕੋਠੇ ਦੁਆਲੇ ਅਥਾਹ ਭੀੜ ਜੁੜ ਗਈ। ਚਾਰੇ ਪਾਸੇ ਸਿੱਖਾਂ ਦਾ ਇਕੱਠ ਨਜ਼ਰ ਆਉਣ ਲੱਗਿਆ। ਸੰਗਤਾਂ ਦੀ ਬੇਨਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਹਰ ਆ ਕੇ ਦਰਸ਼ਨ ਦਿੱਤੇ। ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਲਗਭਗ 43 ਸਾਲ ਦੀ ਸੀ। ਸੱਚੇ ਗੁਰੂ ਦੇ ਮਿਲ ਜਾਣ ਨਾਲ ਝੂਠ ਦੀਆਂ ਦੁਕਾਨਾਂ ਖੋਲ ਕੇ ਬੈਠੇ ਨਕਲੀ ਗੁਰੂਆਂ ਵਿੱਚ ਖਲਬਲੀ ਮਚ ਗਈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਉੱਤੇ ਬਿਰਾਜੇ। ਸੰਗਤਾਂ ਦੀ ਭਟਕਣਾ ਖਤਮ ਹੋ ਗਈ। ਸਿੱਖਾਂ ਨੇ ਨਕਲੀ ਗੁਰੂਆਂ ਦੇ ਭਰਮ ਦੇ ਜਾਲ ਵਿੱਚੋਂ ਨਿਕਲ ਕੇ ਉਹਨਾਂ ਸਾਰਿਆਂ ਵੱਲੋਂ ਧਿਆਨ ਹਟਾ ਕੇ ਗੁਰੂ ਚਰਨਾਂ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਲਈ ਪੁੱਜਣ ਲੱਗੀਆਂ। ਕਾਰ ਭੇਟਾ ਦੀ ਚੜ੍ਹਤ ਦਾ ਵੀ ਕੋਈ ਅੰਤ ਸ਼ੁਮਾਰ ਨਾ ਰਿਹਾ। ਐਸਾ ਗੁਰ ਪਾਈਏ ਵਡ ਭਾਗੀ, ਜਿਸ ਮਿਲਤੇ RAM ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ